ਸਪੇਨ ਦੇ ਪ੍ਰਧਾਨ ਮੰਤਰੀ ਸਾਂਚੇਜ਼ ਵੱਖਵਾਦੀ ਐਲਾਨੀ ਜੁਡਸ ਪਾਰਟੀ ਨਾਲ ਸਮਝੌਤਾ ਕਰਕੇ ਇੱਕ ਵਾਰ ਫਿਰ ਕਾਰਜਕਾਲ ਹਾਸਲ ਕਰ ਸਕਦੇ ਹਨ। ਸਪੇਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਪੈਡਰੋ ਸਾਂਚੇਜ਼ ਨੇ 6 ਸਾਲ ਪਹਿਲਾਂ ਕੈਟੇਲੋਨੀਆ ਸੂਬੇ ਨੂੰ ਸਪੇਨ ਤੋਂ ਆਜ਼ਾਦ ਕਰਵਾਉਣ ਲਈ ਆਜ਼ਾਦੀ ਸੰਘਰਸ਼ ਵਿੱਚ ਸ਼ਾਮਿਲ ਹੋਏ ਲੋਕਾਂ ਨੂੰ ਜੇਲ੍ਹ ਤੋਂ ਰਿਹਾ ਕਰਨ ਅਤੇ ਕੈਟੇਲੋਨੀਆ ਸੂਬੇ ਦੀ ਜੁਡਸ ਪਾਰਟੀ ਨਾਲ ਸਮਝੌਤਾ ਕਰਨ ਦਾ ਫੈਸਲਾ ਕੀਤਾ ਹੈ। ਦਰਅਸਲ ਕੈਟੇਲੋਨੀਆ ਲੰਮੇ ਸਮੇਂ ਤੋਂ ਆਪਣੀ ਆਜ਼ਾਦੀ ਦੀ ਮੰਗ ਕਰ ਰਿਹਾ ਹੈ ਤੇ 6 ਸਾਲ ਪਹਿਲਾਂ ਜੁਡਸ ਪਾਰਟੀ ਵੱਲੋਂ ਆਪਣੇ ਸੂਬੇ ਦੀ ਆਜ਼ਾਦੀ ਦੀ ਮੰਗ ਕਰਦਿਆਂ ਰੈਫਰੈਂਡਮ ਕਰਵਾਇਆ ਗਿਆ ਸੀ। ਉਸ ਸਮੇਂ ਸਪੇਨ ਦੀ ਸਰਕਾਰ ਨੇ ਇਸ ਸੰਘਰਸ਼ ਨੂੰ ਦੇਸ਼ ਲਈ ਖਤਰਾ ਐਲਾਨਦਿਆਂ ਇਸ ਨੂੰ ਖਤਮ ਕਰਨਾ ਸ਼ੁਰੂ ਕਰ ਦਿੱਤਾ। ਸਰਕਾਰ ਨੇ ਜੁਡਸ ਪਾਰਟੀ ਨੂੰ ਵੱਖਵਾਦੀ ਐਲਾਨ ਦਿੱਤਾ ਤੇ ਉਸ ਸਮੇਂ ਪਾਰਟੀ ਦੇ ਆਗੂਆਂ ਨੂੰ ਕੈਦ ਕਰਕੇ ਪਾਰਟੀ ਦੇ ਲੀਡਰ ਨੂੰ ਵੀ ਦੇਸ਼ ਨਿਕਾਲਾ ਦੇ ਦਿੱਤਾ ਗਿਆ। ਹੁਣ ਸਪੇਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਨੇ ਵੱਖਵਾਦੀ ਐਲਾਨੀ ਪਾਰਟੀ ਦਾ ਸਮਰਥਨ ਲੈਣ ਅਤੇ ਉਹਨਾਂ ਦੇ ਕੈਦ ਕੀਤੇ ਆਗੂ ਰਿਹਾ ਕਰਨ ਦਾ ਫੈਸਲਾ ਕੀਤਾ ਹੈ। ਸਾਂਚੇਜ਼ ਸੋਸ਼ਲਿਸਟ ਪਾਰਟੀ PSOE ਨਾਲ ਸੰਬੰਧ ਰੱਖਦੇ ਹਨ ਅਤੇ ਜੁਲਾਈ ਵਿੱਚ ਹੋਈਆਂ ਚੋਣਾਂ ਤੋਂ ਬਾਅਦ ਸਰਕਾਰ ਬਣਾਉਣ ਲਈ ਜੁਡਸ ਦਾ ਸਮਰਥਨ ਹਾਸਲ ਕਰ ਲਿਆ ਹੈ, ਕਿਉਂਕਿ ਇਹਨਾਂ ਚੋਣਾਂ ਵਿੱਚ ਕਿਸੇ ਵੀ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਮਿਲਿਆ ਸੀ। ਲੰਘੇ ਕੱਲ੍ਹ PSOE ਦੀ ਸੀਨੀਅਰ ਸੰਸਦ ਮੈਂਬਰ ਸੈਂਟੋਸ਼ ਕਰਡਨ ਨੇ ਕਾਰਲੇਸ ਦੀ ਅਗਵਾਈ ਵਾਲੀ ਜੁਡਸ ਪਾਰਟੀ ਨਾਲ ਸਮਝੌਤੇ ਦੀ ਘੋਸ਼ਣਾ ਕੀਤੀ ਹੈ। ਇਸ ਦੌਰਾਨ ਬੈਲਜੀਅਮ ਵਿੱਚ ਕਰਡਨ ਨੇ ਇੱਕ ਨਿਊਜ਼ ਕਾਨਫਰੰਸ ਦੌਰਾਨ ਕਿਹਾ ਕਿ ਰੈਫਰੈਂਡਮ ਨੂੰ 6 ਸਾਲ ਬੀਤ ਗਏ ਹਨ ਅਤੇ ਸੰਘਰਸ਼ ਹੁਣ ਤੱਕ ਜਾਰੀ ਹੈ। ਸਾਡਾ ਟੀਚਾ ਇੱਕ ਨਵਾਂ ਅਧਿਆਇ ਸ਼ੁਰੂ ਕਰਨਾ ਹੈ। ਇਹ ਫੈਸਲਾ ਕੈਟਲੋਨੀਆ ਨੂੰ ਸਪੇਨ ਤੋਂ ਵੱਖ ਕਰਨ ਦੀ ਕੋਸ਼ਿਸ਼ ਵਿੱਚ ਸ਼ਾਮਿਲ 1400 ਕਾਰਕੁਨਾਂ ਤੇ ਸਿਆਸਤਦਾਨਾਂ ਨੂੰ ਆਜ਼ਾਦ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਂਚੇਜ਼ ਦੇ ਰੂੜੀਵਾਦੀ ਵਿਰੋਧੀ ਉਨ੍ਹਾਂ ਦੇ ਸਾਡੇ ਨਾਲ ਸਮਰਥਨ ਦੀ ਨਿੰਦਾ ਕਰ ਰਹੇ ਹਨ। ਵਿਰੋਧੀਆਂ ਵੱਲੋਂ ਪ੍ਰਦਰਸ਼ਨ ਕੀਤੇ ਗਏ ਤੇ ਸਾਂਚੇਜ਼ ਦੇ ਇਸ ਫੈਸਲੇ ਨੂੰ ਸਿਆਸੀ ਲਾਭ ਲਈ ਕਾਨੂੰਨ ਨੂੰ ਤੋੜਨ ਦਾ ਵੀ ਦੋਸ਼ ਲਾ ਰਹੇ ਹਨ। ਦੱਸਦੀ ਕਿ ਮੁੱਖ ਵਿਰੋਧੀ ਪਾਰਟੀ ਪੀਪਲਜ਼ ਪਾਰਟੀ ਨੇ ਜੁਲਾਈ ਦੀਆਂ ਚੋਣਾਂ ਵਿੱਚ ਸਭ ਤੋਂ ਵੱਧ ਵੋਟਾਂ ਹਾਸਲ ਕੀਤੀਆਂ, ਪਰ ਸਰਕਾਰ ਬਣਾਉਣ ਵਿੱਚ ਅਸਫਲ ਰਹੀ। ਪੀਪਲਜ਼ ਪਾਰਟੀ ਨੇ ਜੁਡਸ ਨੂੰ ਸਪੇਨ ਦੇ ਗੱਦਾਰ ਕਿਹਾ ਤੇ ਸਾਂਚੇਜ਼ ਦੇ ਫੈਸਲੇ ਦੀ ਸਖਤ ਆਲੋਚਨਾ ਵੀ ਕੀਤੀ। PSOE ਕੋਲ ਸਰਕਾਰ ਬਣਾਉਣ ਲਈ 27 ਨਵੰਬਰ ਤੱਕ ਦਾ ਸਮਾਂ ਹੈ। ਫਿਲਹਾਲ ਜੁਡਸ ਦੇ ਸਮਰਥਨ ਦੇ ਨਾਲ ਉਹ 350 ਸੀਟਾਂ ਹਾਸਲ ਕਰ ਚੁੱਕੇ ਹਨ। ਕਰਡਨ ਨੇ ਮੰਨਿਆ ਹੈ ਕਿ PSOE ਦੀ ਜੁਡਸ ਨਾਲ ਡੂੰਘੀ ਅਸਹਿਮਤੀ ਸੀ, ਪਰ ਇੱਕ ਸਥਿਰ ਸਰਕਾਰ ਬਣਾਉਣ ਲਈ ਉਹ ਇਹ ਸਮਝੌਤਾ ਕਰਨਾ ਚਾਹੁੰਦੇ ਹਨ।